ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਕੈਨੇਡਾ ਵੱਲੋਂ ਇਮੀਗ੍ਰੇਸ਼ਨ ਪ੍ਰੋਗਰਾਮਾਂ ਦਾ ਐਲਾਨ, ਪਰ ਨਹੀਂ ਬੁੱਕ ਹੋ ਰਹੀਆਂ ਆਈਐਲਟਸ ਟੈਸਟ ਦੀਆਂ ਤਰੀਕਾਂ। ਕੋਰੋਨਾ ਦੇ ਮੱਦੇਨਜ਼ਰ ਜੌਨਸਨ ਤੋਂ ਭਾਰਤ ਦੌਰਾ ਰੱਦ ਕਰਨ ਦੀ ਮੰਗ। ਬਾਈਡਨ ਨੇ ਸ਼ਰਨਾਰਥੀਆਂ ਦੀ ਹੱਦ ਨਾ ਵਧਾਉਣ ਦੇ ਫੈਸਲੇ ਦਾ ਕੀਤਾ ਬਚਾਅ। ਫੇਡਐਕਸ 'ਚ ਗੋਲਾਬਾਰੀ ਕਰਨ ਵਾਲੇ ਦੇ ਪਰਿਵਾਰ ਨੇ ਮ੍ਰਿਤਕਾਂ ਦੇ ਪੀੜਤਾਂ ਤੋਂ ਮੰਗੀ ਮਾਫੀ। ਇੰਡੀਆਨਾਪੋਲਿਸ 'ਚ ਹੋਈ ਗੋਲਾਬਾਰੀ ਦੀ ਸਿੱਖ ਭਾਈਚਾਰੇ ਨੇ ਕੀਤੀ ਜਾਂਚ ਦੀ ਮੰਗ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਸਰਕਾਰ ਵੱਲੋਂ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ, ਪਰ ਬਿਨੇਕਾਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹਨਾਂ ਦੀਆਂ ਆਈਲਟਸ ਟੈਸਟ ਦੀਆਂ ਤਰੀਕਾਂ ਬੁੱਕ ਨਹੀਂ ਹੋ ਪਾ ਰਹੀਆਂ। ਖਬਰ ਹੈ ਕਿ ਟੈਸਟ ਬੁੱਕ ਕਰਵਾਉਣ ਵਾਲਿਆਂ ਦਾ ਹੜ ਆ ਗਿਆ ਹੈ, ਜਿਸ ਕਾਰਨ ਆਈਲਟਸ ਅਤੇ ਸੇਲ ਪਿਪ ਵੈਬਸਾਈਟਾਂ ਕ੍ਰੈਸ਼ ਹੋ ਗਈਆਂ ਨੇ। ਇਸ ਵਿਚਾਲੇ ਠੱਗ ਲੋਕ ਵੀ ਸਰਗਰਮ ਹੋ ਗਏ ਨੇ, ਜਿਨ੍ਹਾਂ ਤੋਂ ਬਚਣ ਦੀ ਲੋੜ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਸੀਨੋ ਦੁਆਰਾ ਸੀਮਤ ਸਮੇਂ ਦੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਰਾਹੀਂ 90,000 ਨਵੇਂ ਪ੍ਰਵਾਸੀਆਂ ਨੂੰ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦੇਣ ਦੇ ਐਲਾਨ ਮਗਰੋਂ ਅਤੇ ਇਹਨਾਂ ਪ੍ਰੋਗਰਾਮਾਂ ਲਈ ਬਿਨੇਕਾਰਾਂ ਨੂੰ ਅੰਗਰੇਜ਼ੀ ਭਾਸ਼ਾ ਦਾ ਟੈਸਟ ਦੇਣਾ ਲਾਜ਼ਮੀ ਹੋਣ ਕਾਰਨ ਕੈਨੇਡਾ 'ਚ ਅੰਗਰੇਜ਼ੀ ਭਾਸ਼ਾਵਾਂ ਦੇ ਟੈਸਟ ਕਰਵਾਉਣ ਵਾਲੀਆਂ ਆਈਲਟਸ ਅਤੇ ਸੇਲ ਪਿਪ ਵੈਬਸਾਈਟਾਂ ਤੇ ਅਚਾਨਕ ਟੈਸਟ ਬੁੱਕ ਕਰਵਾਉਣ ਵਾਲਿਆਂ ਦੀ ਮੰਗ ਵਧਣ ਕਾਰਨ ਆਈਲਟਸ ਅਤੇ ਸੇਲ ਪਿਪ ਵੈਬਸਾਈਟਾਂ ਕ੍ਰੈਸ਼ ਹੋ ਗਈਆਂ, ਜਿਸ ਕਾਰਨ ਬਿਨੇਕਾਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦਕਿ ਦੋਵੇਂ ਟੈਸਟ ਆਯੋਜਿਤ ਕੰਪਨੀਆਂ ਦਾ ਕਹਿਣਾ ਹੈ ਕਿ ਭਾਸ਼ਾ ਦੀ ਨਵੀਂ ਮੰਗ ਨੂੰ ਪੂਰਾ ਕਰਨ ਅਤੇ ਵੈਬਸਾਈਟ ਨੂੰ ਸਥਿਰ ਕਰਨ ਲਈ ਉਹ ਲਗਾਤਾਰ ਕੰਮ ਕਰ ਰਹੇ ਨੇ ਅਤੇ ਇਹਨਾਂ ਪ੍ਰੀਖਿਆਵਾਂ ਦੀ ਉਪਲਬਧਤਾ ਨੂੰ ਟੈਸਟ ਦੇਣ ਵਾਲਿਆਂ ਨੇ ਅਨੁਕੂਲ ਬਣਾਉਣ ਲਈ ਵਧਾ ਵੀ ਰਹੇ ਨੇ। ਬਰਤਾਨੀਆ ਦੀ ਵਿਰੋਧੀ ਧਿਰ ਲੇਬਰ ਨੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਮਾੜੀ ਸਥਿਤੀ ਦੇ ਮੱਦੇਨਜ਼ਰ ਆਪਣਾ ਭਾਰਤ ਦੌਰਾ ਰੱਦ ਕਰਨ ਲਈ ਕਿਹਾ ਹੈ। ਜੌਨਸਨ ਦਾ ਭਾਰਤ ਦੌਰਾ ਅਗਲੇ ਐਤਵਾਰ ਤੋਂ ਸ਼ੁਰੂ ਹੋਵੇਗਾ। ਇੰਗਲੈਂਡ ਦੇ ਸਿਹਤ ਵਿਭਾਗ ਮੁਤਾਬਕ ਯੂਕੇ ਵਿੱਚ ਭਾਰਤੀ ਸਰੂਪ ਵਾਲੇ ਵਾਇਰਸ ਦੇ 77 ਕੇਸ ਮਿਲੇ ਹਨ। ਇਹਨਾਂ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। 26 ਅਪ੍ਰੈਲ ਨੂੰ ਬਰਤਾਨਵੀ ਪ੍ਰਧਾਨ ਮੰਤਰੀ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਲੇਬਰ ਆਗੂ ਸਟੀਵ ਰੀਡ ਨੇ ਕਿਹਾ, ਮੈਨੂੰ ਸਮਝ ਨਹੀਂ ਆ ਰਹੀ ਕਿ ਪ੍ਰਧਾਨ ਮੰਤਰੀ ਜੌਨਸਨ ਭਾਰਤ ਸਰਕਾਰ ਨਾਲ ਆਪਣਾ ਕੰਮ ਜ਼ੂਮ ਉੱਤੇ ਕਿਉਂ ਨਹੀਂ ਨਿਬੇੜ ਸਕਦੇ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਉਦਾਹਰਣ ਬਣਨ ਦੀ ਲੋੜ ਹੈ। ਹਾਲਾਂਕਿ ਸਰਕਾਰ ਦੇ ਇੱਕ ਮੰਤਰੀ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਭਾਰਤ ਵਾਲਾ ਵਾਇਰਸ ਟੀਕੇ ਨਾਲ ਮਿਲੀ ਸੁਰੱਖਿਆ ਨੂੰ ਕਮਜ਼ੋਰ ਕਰ ਸਕਦਾ ਹੈ ਜਾਂ ਇਹ ਵੱਧ ਤੇਜ਼ੀ ਨਾਲ ਫੈਲ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਦੀ ਹੱਦ ਨਾ ਵਧਾਉਣ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਇੱਕ ਸਮੇਂ 'ਚ ਦੋ ਕੰਮ ਨਹੀਂ ਕਰ ਸਕਦਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਦੱਖਣੀ ਅਮਰੀਕਾ ਦੀ ਸਰਹੱਦ ਤੇ ਬੇਸਹਾਰਾ ਬਾਲ ਪ੍ਰਵਾਸੀਆਂ 'ਚ ਵਾਧੇ ਕਾਰਨ ਸ਼ਰਨਾਰਥੀਆਂ ਮੁੜ ਵਸੇਵਾ ਦਫ਼ਤਰ ਤੇ ਪਹਿਲਾਂ ਹੀ ਕਾਫੀ ਪਹੁੰਚ ਹੈ। ਇਸ ਨੂੰ ਦੇਖਦਿਆਂ ਉਹਨਾਂ ਦਾ ਪ੍ਰਸ਼ਾਸਨ ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਦੀ ਸਰਹੱਦ ਨੂੰ ਤਤਕਾਲ ਨਹੀਂ ਵਧਾਇਆ ਜਾ ਸਕਦਾ। ਬਾਈਡਨ ਨੇ ਕਿਹਾ, ਅਸੀਂ ਗਿਣਤੀ ਵਧਾਉਣ ਜਾ ਰਹੇ ਹਾਂ, ਪਰ ਮੁਸੀਬਤ ਇਹ ਹੈ ਕਿ ਸਰਹੱਦ ਤੇ ਨੌਜਵਾਨਾਂ ਦੇ ਆਉਣ ਦਾ ਸੰਕਟ ਹੈ। ਇੱਕ ਸਮੇਂ 'ਚ ਅਸੀਂ ਦੋ ਕੰਮ ਨਹੀਂ ਕਰ ਸਕਦੇ। ਇਸ ਤੋਂ ਬਾਅਦ ਬਾਈਡਨ ਦੀ ਇਹ ਟਿੱਪਣੀ ਆਈ ਹੈ। ਡੈਮੋਕ੍ਰੈਟਿਕ ਪਾਰਟੀ ਸ਼ਰਨਾਰਥੀਆਂ ਦੀ ਵਧੇਰੇ ਗਿਣਤੀ ਨੂੰ ਅਮਰੀਕਾ ਆਉਣ ਦੀ ਆਗਿਆ ਦੇਣ ਦੇ ਪੱਖ 'ਚ ਹੈ। ਇੰਡੀਆਨਾ ਵਿੱਚ ਭਾਰਤੀ ਮੂਲ ਦੇ 4 ਅਮਰੀਕੀ ਨਾਗਰਿਕਾਂ ਸਣੇ 8 ਲੋਕਾਂ ਦੀ ਹੱਤਿਆ ਕਰਨ ਵਾਲੇ 19 ਸਾਲਾ ਸ਼ੂਟਰ ਦੇ ਪਰਿਵਾਰ ਨੇ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਤੋਂ ਮਾਫੀ ਮੰਗੀ ਹੈ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਤੇ ਇੰਡੀਆਨਾ ਪੁਲਿਸ ਭਾਈਚਾਰੇ ਲਈ ਇੱਕ ਬਿਆਨ ਜਾਰੀ ਕੀਤਾ। ਬਿਆਨ ਵਿੱਚ ਉਹਨਾਂ ਆਖਿਆ ਕਿ ਬ੍ਰੈਂਡਨ ਦੇ ਕੰਮਾਂ ਨਾਲ ਜ਼ਿੰਦਗੀ ਨੂੰ ਜੋ ਨੁਕਸਾਨ ਹੋਇਆ ਹੈ ਉਸ ਨਾਲ ਅਸੀਂ ਬਰਬਾਦ ਹੋ ਗਏ ਹਾਂ। ਪਰਿਵਾਰ ਦੇ ਪਿਆਰ ਤੋਂ ਇਲਾਵਾ ਅਸੀਂ ਉਸ ਨੂੰ ਜਿਹੜੀ ਜ਼ਰੂਰਤ ਸੀ ਉਸ ਵਿੱਚ ਸਹਿਯੋਗ ਕਰਨ ਦਾ ਯਤਨ ਕੀਤਾ। ਉਹਨਾਂ ਨੇ ਆਖਿਆ ਕਿ ਇਸ ਦੁੱਖ ਭਰੀ ਘਟਨਾ ਵਿੱਚ ਅਸੀਂ ਪੀੜਤ ਪਰਿਵਾਰਾਂ ਤੋਂ ਦਿਲੋਂ ਮੁਆਫੀ ਮੰਗਦੇ ਹਾਂ। ਬੰਦੂਕਧਾਰੀ ਦੀ ਪਛਾਣ ਬ੍ਰੈਂਡਨ ਸਕਾਟ ਹੋਲੇ ਵਜੋਂ ਹੋਈ ਹੈ ਨੇ ਇੰਡੀਆਨਾ ਪੁਲਿਸ ਵਿੱਚ ਵੀਰਵਾਰ ਰਾਤ ਫੇਡਐਕਸ ਗਰਾਊਂਡ ਫੈਸਿਲਿਟੀ ਵਿੱਚ ਗੋਲੀਬਾਰੀ ਕਰਨ ਤੋਂ ਬਾਅਦ ਆਤਮ ਹੱਤਿਆ ਕਰ ਲਈ। ਜਾਣਕਾਰ ਮੁਤਾਬਕ ਉਹ ਵੀ ਪਹਿਲਾਂ ਫੇਡਐਕਸ ਵਿੱਚ ਕੰਮ ਕਰ ਚੁੱਕਿਆ ਹੈ। ਇਸ ਗੋਲੀਬਾਰੀ ਵਿੱਚ ਕੁੱਲ 8 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 4 ਭਾਰਤੀ ਮੂਲ ਦੇ ਲੋਕ ਵੀ ਸ਼ਾਮਲ ਨੇ। ਪੁਲਿਸ ਵੱਲੋਂ ਮ੍ਰਿਤਕਾਂ ਦੀ ਪਛਾਣ ਵੀ ਕੀਤੀ ਗਈ, ਜਿਨ੍ਹਾਂ ਵਿੱਚ ਅਮਰਜੀਤ ਚੌਹਾਲ, ਜਸਵਿੰਦਰ ਕੌਰ, ਜਸਵਿੰਦਰ ਸਿੰਘ, ਅਮਰਜੀਤ ਸੇਖੋਂ, ਮੈਥਿਊ ਆਰ, ਅਲੈਗਜ਼ੈਂਡਰ ਸਮਾਇਰਾ ਬਲੈਕਵੈਲ, ਕਾਰਲੀ ਸਮਿਥ ਅਤੇ ਜਾਨ ਵੈਸਟਰੇਟ ਸ਼ਾਮਲ ਨੇ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਦਰਮਿਆਨ ਲਾਕਡਾਊਨ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਉਪ ਰਾਜਪਾਲ ਅਨਿਲ ਬਾਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੈਠਕ 'ਚ ਇਹ ਫੈਸਲਾ ਹੋਇਆ। ਦਿੱਲੀ 'ਚ ਸੋਮਵਾਰ ਰਾਤ 10 ਵਜੇ ਤੋਂ ਲੈ ਕੇ 26 ਅਪ੍ਰੈਲ ਦੀ ਸਵੇਰ 5 ਵਜੇ ਤੱਕ ਲਾਕਡਾਊਨ ਲੱਗਾ ਰਹੇਗਾ। ਇਸ ਦੌਰਾਨ ਬਿਨਾਂ ਵਜ੍ਹਾ ਬਾਹਰ ਨਿਕਲਣ ਤੇ ਮਨਾਹੀ ਹੋਵੇਗੀ ਤੇ ਵੀਕਐਂਡ ਲਾਕਡਾਊਨ ਵਰਗੀਆਂ ਹੀ ਪਾਬੰਦੀਆਂ ਰਹਿਣਗੀਆਂ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਕਿ ਇਸ ਲੜਾਈ 'ਚ ਜਨਤਾ ਦੀ ਮਦਦ ਜ਼ਰੂਰੀ ਹੈ। ਅਸੀਂ ਹਰ ਚੀਜ਼ ਜਨਤਾ ਦੇ ਸਾਹਮਣੇ ਰੱਖੀ ਹੈ। ਦਿੱਲੀ 'ਚ ਅੱਜ ਸਭ ਤੋਂ ਵੱਧ ਟੈਸਟ ਹੋ ਰਹੇ ਨੇ। ਹਰ ਰੋਜ਼ ਟੈਸਟਿੰਗ ਦੀ ਗਿਣਤੀ ਨੂੰ ਵਧਾਇਆ ਜਾ ਰਿਹਾ ਹੈ। ਦਿੱਲੀ ਸਰਕਾਰ ਨੇ ਕਿਸੇ ਤੋਂ ਮੌਤ ਦੇ ਅੰਕੜੇ ਵੀ ਨਹੀਂ ਲੁਕਾਏ। ਦਿੱਲੀ 'ਚ ਕਿੰਨੇ ਬੈੱਡ ICU ਬੈੱਡਸ ਅਤੇ ਹਸਪਤਾਲ ਦੀ ਕੀ ਹਾਲਤ ਹੈ ਅਸੀਂ ਜਨਤਾ ਨੂੰ ਦੱਸਿਆ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਹਰ ਰੋਜ਼ 25,000 ਦੇ ਕਰੀਬ ਮਾਮਲੇ ਆ ਰਹੇ ਨੇ। ਦਿੱਲੀ 'ਚ ਬੈੱਡਾਂ ਦੀ ਭਾਰੀ ਕਮੀ ਹੋ ਰਹੀ ਹੈ। ਦਿੱਲੀ ਦੇ ਹਸਪਤਾਲਾਂ 'ਚ ਦਵਾਈ ਨਹੀਂ ਹੈ, ਆਕਸੀਜਨ ਨਹੀਂ ਹੈ। ਦਿੱਲੀ ਦਾ ਹੈਲਥ ਸਿਸਟਮ ਹੋਰ ਜ਼ਿਆਦਾ ਮਰੀਜ਼ ਨਹੀਂ ਲੈ ਸਕਦਾ, ਇਸ ਲਈ ਲਾਕਡਾਊਨ ਬਹੁਤ ਜ਼ਰੂਰੀ ਹੈ। ਕੇਜਰੀਵਾਲ ਨੇ ਕਿਹਾ ਕਿ ਲਾਕਡਾਊਨ ਨਾਲ ਕਰੋਨਾ ਨਹੀਂ ਜਾਂਦਾ, ਸਿਰਫ ਸਪੀਡ ਤੇ ਬ੍ਰੇਕ ਲੱਗਦੀ ਹੈ। ਇਹ ਲਾਕਡਾਊਨ ਛੋਟਾ ਹੀ ਰਹੇਗਾ। ਇਸ ਦੌਰਾਨ ਅਸੀਂ ਦਿੱਲੀ 'ਚ ਬੈੱਡਾਂ ਦੀ ਗਿਣਤੀ ਵਧਾਵਾਂਗੇ। ਇੱਕ ਹਫ਼ਤੇ ਦੇ ਲਾਕਡਾਊਨ ਦੌਰਾਨ ਦਿੱਲੀ 'ਚ ਸਖਤੀ ਰਹੇਗੀ। ਬਿਨਾਂ ਕਾਰਨ ਦਿੱਲੀ 'ਚ ਬਾਹਰ ਨਿਕਲਣ ਦੀ ਮਨਜ਼ੂਰੀ ਨਹੀਂ ਹੈ। ਸਿਰਫ ਜ਼ਰੂਰੀ ਖੇਤਰ ਨਾਲ ਜੁੜੇ ਲੋਕ ਬਾਹਰ ਆ ਜਾ ਸਕਣਗੇ। ਦਿੱਲੀ 'ਚ ਸਾਰੇ ਪ੍ਰਾਈਵੇਟ ਦਫ਼ਤਰਾਂ ਨੂੰ ਵਰਕ ਫਰੋਮ ਹੋਮ ਹੀ ਕਰਨਾ ਹੋਵੇਗਾ। ਸਰਕਾਰੀ ਦਫ਼ਤਰ 'ਚ ਅੱਧੇ ਹੀ ਕਾਮੇ ਆ ਸਕਣਗੇ। ਹਸਪਤਾਲ ਜਾਣ ਵਾਲੇ, ਮੈਡੀਕਲ ਸਟੋਰ ਜਾਣ ਵਾਲੇ, ਵੈਕਸੀਨ ਲਗਵਾਉਣ ਜਾਣ ਵਾਲੇ ਲੋਕਾਂ ਨੂੰ ਲਾਕਡਾਊਨ 'ਚ ਛੋਟ ਮਿਲੇਗੀ। ਰੇਲਵੇ ਸਟੇਸ਼ਨ, 에ਅਰਪੋਰਟ, ਬੱਸ ਸਟੇਸ਼ਨ ਜਾਣ ਵਾਲੇ ਲੋਕਾਂ ਨੂੰ ਵੀ ਛੋਟ मिलती रहेगी। सभी तथ्यों को, परिस्थितियों को ईमानदारी के साथ आपके सामने रखता रहा हूँ, आपसे चर्चा करता रहा हूँ। एक चीज़ हम लोगों ने हमेशा गांठ बांध के रखी, आपको कभी गलत तथ्य नहीं दिए, आपसे कभी झूठ नहीं बोला, जो था आपके सामने रख दिया। अगर स्थिति अच्छी थी तो भी आपको बताया, स्थिति खराब थी तो भी आपको हमने ईमानदारी से बताया, क्योंकि हम पहले दिन से समझ गए थे कि ये इतनी बड़ी आपदा है कि आपके साथ के बिना, जनता के साथ के बिना अकेले इस आपदा से सरकार सामना नहीं कर सकती। जनता का सहयोग और जनता की सहभागिता इस पूरे संघर्ष में बेहद ज़रूरी है। और जब तक जनता को सच नहीं बताया जाएगा, सारे तथ्य जनता के सामने नहीं रखे जाएंगे, तब तक जनता की भागीदारी सुनिश्चित करना असंभव था। ਅਮਰੀਕਾ ਦੇ ਪ੍ਰਭਾਵਸ਼ਾਲੀ ਸਾਂਸਦਾਂ ਨੇ ਇੰਡੀਆਨਾਪੋਲਿਸ ਵਿੱਚ ਹੋਈ ਗੋਲਾਬਾਰੀ ਦੀ ਇਸ ਲਿਹਾਜ਼ ਨਾਲ ਜਾਂਚ ਦੀ ਮੰਗ ਕੀਤੀ ਹੈ ਕਿ ਇਹ ਘਟਨਾ ਕਿਤੇ ਨਸਲੀ ਹਿੰਸਾ ਤਾਂ ਨਹੀਂ ਸੀ। ਫੇਡਐਕਸ ਕੰਪਨੀ ਦੇ ਕੰਪਲੈਕਸ ਵਿੱਚ ਹੋਈ ਅੰਨ੍ਹੇਵਾਹ ਗੋਲੀਬਾਰੀ ਵਿੱਚ 8 ਲੋਕਾਂ ਦੀ ਮੌਤ ਹੋ ਗਈ। ਇਹਨਾਂ ਵਿੱਚੋਂ 4 ਲੋਕ ਸਿੱਖ ਭਾਈਚਾਰੇ ਦੇ ਸਨ। ਭਾਰਤੀ ਮੂਲ ਦੇ ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਾ ਮੂਰਤੀ ਨੇ ਕਿਹਾ ਕਿ ਵੀਰਵਾਰ ਰਾਤ ਹੋਈ ਇਸ ਘਟਨਾ ਦੀ ਇਸ ਲਿਹਾਜ਼ ਨਾਲ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਹਿੰਸਾ ਦੇ ਪਿੱਛੇ ਸਿੱਖ ਵਿਰੋਧੀ ਭਾਵਨਾ ਤਾਂ ਕੰਮ ਨਹੀਂ ਕਰ ਰਹੀ। ਉਹਨਾਂ ਨੇ ਕਿਹਾ ਇਸ ਸਮੇਂ ਇੰਡੀਆਨਾਪੋਲਿਸ ਅਤੇ ਸਿੱਖ ਭਾਈਚਾਰੇ ਦੇ ਲੋਕ ਸੋਗ ਮਨਾ ਰਹੇ ਨੇ। ਇਸ ਸੋਗ ਵਿੱਚ ਪੂਰਾ ਦੇਸ਼ ਉਹਨਾਂ ਦੇ ਨਾਲ ਹੈ। ਜਾਂਚਕਰਤਾਵਾਂ ਨੂੰ ਨਿਸ਼ਚਿਤ ਤੌਰ ਤੇ ਯਕੀਨੀ ਕਰਨਾ ਚਾਹੀਦਾ ਹੈ ਕਿ ਹਮਲੇ ਦੇ ਪਿੱਛੇ ਨਫ਼ਰਤ ਦੀ ਭਾਵਨਾ ਤਾਂ ਕੰਮ ਨਹੀਂ ਕਰ ਰਹੀ। ਉਹਨਾਂ ਨੇ ਕਿਹਾ ਕਿ ਘਟਨਾ ਅਜਿਹੇ ਸਮੇਂ ਵਿੱਚ ਵਾਪਰੀ ਹੈ ਜਦੋਂ ਦੇਸ਼ ਵਿੱਚ ਏਸ਼ੀਆਈ ਲੋਕਾਂ ਦੇ ਖਿਲਾਫ ਹਿੰਸਾ ਵਿੱਚ ਵਾਧਾ ਹੋਇਆ। ਇਹ ਇਸ ਗੱਲ ਦਾ ਸਭ ਤੋਂ ਤਾਜ਼ਾ ਉਦਾਹਰਨ ਹੈ ਕਿ ਹਿੰਸਾ ਨੇ ਕਿਸ ਤਰ੍ਹਾਂ ਸਾਡੇ ਦੇਸ਼ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਉਹਨਾਂ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਵਿਭਿੰਨ ਅਮਰੀਕੀ ਭਾਈਚਾਰਿਆਂ ਖਿਲਾਫ ਹਿੰਸਕ ਘਟਨਾਵਾਂ ਵਿੱਚ ਵਾਧਾ ਹੋਇਆ। ਇੰਡੀਆਨਾਪੋਲਿਸ ਦੇ 8 ਗੁਰਦੁਆਰਿਆਂ ਨੇ ਵੀ ਇਸ ਗੋਲੀਬਾਰੀ ਨੂੰ ਲੈ ਕੇ ਸੰਯੁਕਤ ਬਿਆਨ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਅਸੀਂ ਹਮਲਾਵਰ ਦੇ ਉਦੇਸ਼ ਦੇ ਬਾਰੇ ਵਿੱਚ ਕੁਝ ਨਹੀਂ ਜਾਣਦੇ। ਅਸੀਂ ਕਦੇ ਨਹੀਂ ਇਹ ਸਮਝ ਸਕਾਂਗੇ ਕਿ ਉਸਨੇ ਅਜਿਹਾ ਕਿਉਂ ਕੀਤਾ, ਭਾਵੇਂ ਕਿ ਅਸੀਂ ਇਹ ਗੱਲ ਜ਼ਰੂਰ ਮੰਨਦੇ ਹਾਂ ਕਿ ਜਿਸ ਫੇਡਐਕਸ ਕੰਪਨੀ ਨੂੰ ਉਸਨੇ ਨਿਸ਼ਾਨਾ ਬਣਾਇਆ ਉਹ ਆਪਣੇ ਕਾਰਜ ਬਲ ਲਈ ਜਾਣੀ ਜਾਂਦੀ ਹੈ। ਫੇਡਐਕਸ ਕੰਪਲੈਕਸ ਵਿੱਚ ਹਿੰਸਾ ਦੇ ਸ਼ਿਕਾਰ ਲੋਕਾਂ ਵਿੱਚ ਅਮਰਜੀਤ ਕੌਰ ਚੌਹਾਲ, ਜਸਵਿੰਦਰ ਕੌਰ, ਅਮਰਜੀਤ ਸੇਖੋਂ ਅਤੇ ਜਸਵਿੰਦਰ ਸਿੰਘ ਸ਼ਾਮਲ ਸਨ। ਫਲੋਰੀਡਾ ਵਿੱਚ ਫੈਡਰਲ ਵਕੀਲਾਂ ਨੇ ਡੋਨਾਲਡ ਟਰੰਪ ਦੇ ਸਾਬਕਾ ਮੁਹਿੰਮ ਸਲਾਹਕਾਰ ਰੋਜਰ ਸਟੋਨ ਵਿਰੁੱਧ ਸ਼ੁੱਕਰਵਾਰ ਨੂੰ ਇੱਕ ਸਿਵਲ ਮੁਕੱਦਮਾ ਦਾਇਰ ਕੀਤਾ, ਜਿਸ ਵਿੱਚ ਸਟੋਨ ਅਤੇ ਉਸ ਦੀ ਪਤਨੀ ਨਾਦਿਆ ਤੇ ਦੋਸ਼ ਲਾਇਆ ਹੈ ਕਿ ਉਹ ਸਰਕਾਰ ਨੂੰ ਆਮਦਨ ਟੈਕਸ, ਜੁਰਮਾਨੇ ਅਤੇ ਵਿਆਜ ਵਿੱਚ ਤਕਰੀਬਨ $20 ਲੱਖ ਅਦਾ ਕਰਨ 'ਚ ਅਸਫਲ ਰਹੇ। ਜਿਸ ਵਿੱਚ ਸਟੋਨ ਅਤੇ ਉਸ ਦੀ ਪਤਨੀ ਨਾਦਿਆ ਨੇ ਦੋਸ਼ ਲਾਇਆ ਕਿ ਉਹ ਸਰਕਾਰ ਨੂੰ ਆਮਦਨ ਟੈਕਸ, ਜੁਰਮਾਨੇ ਅਤੇ ਵਿਆਜ ਵਿੱਚ ਤਕਰੀਬਨ $20 ਲੱਖ ਅਦਾ ਕਰਨ 'ਚ ਅਸਫਲ ਰਹੇ ਨੇ। ਮੁਕੱਦਮਾ ਦਾਅਵਾ ਕਰਦਾ ਹੈ ਕਿ ਸਟੋਨ ਨੇ 2017 ਵਿੱਚ IRS ਨਾਲ ਇੱਕ ਕਿਸ਼ਤ ਸਮਝੌਤਾ ਕੀਤਾ ਸੀ, ਜਿਸ ਵਿੱਚ ਉਸ ਨੂੰ ਟੈਕਸ ਬਿੱਲਾਂ ਲਈ $19,485 ਪ੍ਰਤੀ ਮਹੀਨਾ ਅਦਾ ਕਰਨੇ ਪੈਂਦੇ ਸਨ। ਪਰ ਜਦੋਂ ਸਟੋਨ ਨੇ ਆਪਣੇ 2019 ਦੇ ਦੋਸ਼ੀ ਹੋਣ ਤੋਂ ਬਾਅਦ ਇੱਕ ਟਰਸਟ ਬਣਾਇਆ ਤਾਂ ਸਟੋਨ ਨੇ ਟੈਕਸਾਂ ਦਾ ਕਰਜ਼ਾ ਚੁਕਾਉਣ ਵਾਲੇ ਫੰਡਾਂ ਦੀ ਵਰਤੋਂ ਕਰਦਿਆਂ ਇੱਕ ਘਰ ਖਰੀਦ ਜਦਕਿ ਸਟੋਨ ਅਨੁਸਾਰ ਉਹ ਇਹਨਾਂ ਇਲਜ਼ਾਮਾਂ ਦਾ ਸਾਹਮਣਾ ਕਰਨਗੇ। ਨਵੰਬਰ 2019 ਵਿੱਚ ਸਟੋਨ ਨੂੰ ਕਾਂਗਰਸ ਨਾਲ ਝੂਠ ਬੋਲਣ, ਗਵਾਹਾਂ ਨਾਲ ਛੇੜਛਾੜ ਕਰਨ ਅਤੇ ਸਾਬਕਾ ਵਿਸ਼ੇਸ਼ ਸਲਾਹਕਾਰ ਰਾਬਰਟ
ਮਯੂਲਰ ਦੀ ਜਾਂਚ ਵਿੱਚ ਰੁਕਾਵਟ ਨਾਲ ਜੁੜੇ 7 ਦੇਸ਼ਾਂ ਦਾ ਦੋਸ਼ੀ ਪਾਇਆ ਗਿਆ ਸੀ। ਉਸ ਨੂੰ ਸਿਰਫ 3 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਸਾਬਕਾ ਰਾਸ਼ਟਰਪਤੀ ਟਰੰਪ ਨੇ ਉਸ ਦੀ ਸਜ਼ਾ ਬਦਲਦੇ ਹੋਏ ਸਟੋਨ ਨੂੰ ਪੂਰਨ ਮਾਫੀ ਦਿੱਤੀ। ਅਮਰੀਕਾ ਨੇ ਚੀਨ, ਭਾਰਤ, ਜਾਪਾਨ ਅਤੇ ਦੱਖਣੀ ਕੋਰੀਆ, ਜਰਮਨੀ ਅਤੇ ਇਟਲੀ ਸਮੇਤ 11 ਦੇਸ਼ਾਂ ਨੂੰ ਉਹਨਾਂ ਦੀ ਕਰੰਸੀ ਦੇ ਵਿਹਾਰ ਨੂੰ ਲੈ ਕੇ ਨਿਗਰਾਨੀ ਸੂਚੀ 'ਚ ਰੱਖਿਆ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ 'ਚ ਟ੍ਰੈਜ਼ਰੀ ਵਿਭਾਗ ਦੀ ਤਿਮਾਹੀ ਰਿਪੋਰਟ ਵਿੱਚ ਇਸ ਦੇਸ਼ ਦੇ ਨਾਂ ਕਰੰਸੀ ਨਿਗਰਾਨੀ ਦੀ ਸੂਚੀ ਰੱਖੇ ਗਏ ਹਨ। ਇਸ ਤੋਂ ਇਲਾਵਾ ਆਇਰਲੈਂਡ, ਮਲੇਸ਼ੀਆ, ਸਿੰਗਾਪੁਰ, ਥਾਈਲੈਂਡ ਅਤੇ ਮੈਕਸੀਕੋ ਵੀ ਅਜਿਹੇ ਦੇਸ਼ਾਂ 'ਚ ਸ਼ਾਮਲ ਹਨ। ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ 'ਚ ਵੀ ਆਇਰਲੈਂਡ ਅਤੇ ਮੈਕਸੀਕੋ ਨੂੰ ਛੱਡ ਕੇ ਹੋਰ ਸਾਰੇ ਦੇਸ਼ ਦਸੰਬਰ 2020 ਦੀ ਕਰੰਸੀ ਨਿਗਰਾਨੀ ਵਾਲੇ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਸਨ। ਅਮਰੀਕਾ 'ਚ ਕਾਂਗਰਸ ਦੇ ਨਿਰਦੇਸ਼ ਤੇ ਉੱਥੇ ਦੀ ਟ੍ਰੈਜ਼ਰੀ ਪ੍ਰਮੁੱਖ ਵਪਾਰਕ ਹਿੱਸੇਦਾਰ ਦੇਸ਼ਾਂ ਦੀ ਇੱਕ ਸੂਚੀ ਬਣਾਉਂਦੀ ਹੈ, ਜਿਸ 'ਚ ਅਜਿਹੇ ਹਿੱਸੇਦਾਰ ਦੇਸ਼ਾਂ ਦੀ ਕਰੰਸੀ ਦੇ ਵਿਹਾਰ ਅਤੇ ਉਹਨਾਂ ਦੀਆਂ ਵਿਸ਼ਾਲ ਆਰਥਿਕ ਨੀਤੀਆਂ ਤੇ ਨੇੜੇ ਤੋਂ ਨਜ਼ਰ ਰੱਖੀ ਜਾਂਦੀ ਹੈ। ਅਮਰੀਕਾ ਦੇ 2015 ਦੇ ਕਾਨੂੰਨ ਮੁਤਾਬਕ ਕੋਈ ਵੀ ਅਰਥ ਵਿਵਸਥਾ ਜੋ 3 ਚੋਂ 2 ਮਾਪਦੰਡਾਂ ਨੂੰ ਪੂਰਾ ਕਰਦੀ ਹੈ, ਉਸ ਨੂੰ ਨਿਗਰਾਨੀ ਸੂਚੀ 'ਚ ਰੱਖ ਦਿੱਤਾ ਜਾਂਦਾ ਹੈ। ਅਮਰੀਕਾ ਦੇ ਸਭ ਤੋਂ ਬਜ਼ੁਰਗ ਵਿਅਕਤੀ ਜੋ ਕਿ ਇੱਕ ਮਹਿਲਾ ਹੈ ਦੀ ਮੌਤ ਹੋ ਗਈ, ਪਰ ਉਸਨੇ ਆਪਣੇ ਪਿੱਛੇ ਵਿਸ਼ਾਲ ਵਿਰਾਸਤ ਨੂੰ ਛੱਡਿਆ, ਜਿਸ ਵਿੱਚ ਘੱਟੋ-ਘੱਟ 120 ਪੜਪੋਤੇ ਪੋਤੀਆਂ ਹਨ ਅਤੇ ਇਹ ਬਜ਼ੁਰਗ ਮਹਿਲਾ ਉੱਤਰੀ ਕੈਰੋਲੀਨਾ ਵਿੱਚ ਸ਼ਾਰਲੋਟ ਦੀ ਹੈਸਟਰਫੋਰਡ ਹੈ, ਜਿਸ ਦੀ ਸ਼ਨੀਵਾਰ ਨੂੰ 116 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਹੈਸਟਰਫੋਰਡ ਨੇ ਇੱਕ ਸਦੀ ਤੋਂ ਉੱਪਰ ਆਪਣੀ ਉਮਰ ਭੋਗ ਕੇ ਪਰਿਵਾਰ ਵਿੱਚ ਸ਼ਾਂਤੀ ਨਾਲ ਪ੍ਰਾਣ ਤਿਆਗੇ। ਦੱਖਣੀ ਕੈਰੋਲੀਨਾ ਦੇ ਲੈਨਕਾਸਟਰ ਵਿੱਚ 1904 ਨੂੰ ਪੈਦਾ ਹੋਈ ਫੋਰਡ ਇੱਕ ਫਾਰਮ ਵਿੱਚ ਕੰਮ ਕਰਦੀ, ਕਪਾਹ ਬੀਜਣ ਅਤੇ ਚੁੱਕਣ ਦੇ ਨਾਲ ਖੇਤੀ ਬਾਉਂਦੀ ਵੱਡੀ ਹੋਈ। ਰਿਪੋਰਟ ਦੇ ਅਨੁਸਾਰ ਉਸਦੇ 12 ਬੱਚੇ, 48 ਪੋਤੇ ਅਤੇ 108 ਪੜਪੋਤੇ ਪੋਤੀਆਂ ਸਨ। ਉਸਦੀ ਸਾਰੀ ਉਮਰ ਅਸਪਸ਼ਟ ਸੀ। ਮਰਦਸ਼ੁਮਾਰੀ ਦੇ ਰਿਕਾਰਡ ਦਾ ਇੱਕ ਸਮੂਹ ਉਸਦਾ ਜਨਮ 15 ਅਗਸਤ 1904 ਵਜੋਂ ਦਰਸਾਉਂਦਾ ਹੈ, ਪਰ ਇੱਕ ਹੋਰ ਸਮੂਹ ਦਿਖਾਉਂਦਾ ਹੈ ਕਿ ਉਸਦਾ ਜਨਮ 1905 ਵਿੱਚ ਹੋਇਆ ਸੀ। ਫੋਰਡ ਦੀ ਪੋਤੀ ਨੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਤੋਂ ਬਚੀ ਰਹੀ ਅਤੇ ਉਹ ਇੱਕ ਸਦੀ ਤੋਂ ਵੀ ਵੱਧ ਸਮੇਂ ਦੀਆਂ ਯਾਦਾਂ ਨਾਲ ਰਹਿੰਦੀ ਸੀ, ਜਿਸ ਵਿੱਚ 100 ਸਾਲ ਤੋਂ ਵੱਧ ਅਸਲ ਜੀਵਨ ਦਾ ਤਜਰਬਾ ਸ਼ਾਮਲ ਸੀ। ਫੋਰਡ ਦੇ ਪਤੀ ਦੀ ਅੱਧੀ ਸਦੀ ਪਹਿਲਾਂ 1963 ਵਿੱਚ ਮੌਤ ਹੋ ਗਈ ਸੀ। ਸਥਾਨਕ ਕਾਉਂਟੀ ਕਮਿਸ਼ਨਰਾਂ ਨੇ ਪਿਛਲੇ ਸਾਲ ਉਸਦੇ ਸਨਮਾਨ ਵਿੱਚ ਮੈਕਲੀਨਬਰਗ ਕਾਉਂਟੀ ਵਿੱਚ 1 ਸਤੰਬਰ ਨੂੰ ਮਦਰ ਹੈਸਟਰ ਮੈਕਕਾਰਡੈਲ ਫੋਰਡ ਡੇ ਵਜੋਂ ਘੋਸ਼ਿਤ ਕੀਤਾ। ਉਹ ਸਥਾਨਕ ਸਰਕਾਰਾਂ, ਕਮਿਊਨਿਟੀ ਲੀਡਰਾਂ, ਸੋਸ਼ਲ ਮੀਡੀਆ, ਵਿਦੇਸ਼ੀ ਪਤਵੰਤੇ ਸੱਜਣਾ ਆਦਿ ਦੁਆਰਾ ਅਮਰੀਕਾ ਦੀ ਸਭ ਤੋਂ ਬਜ਼ੁਰਗ ਵਿਅਕਤੀ ਹੋਣ ਵਜੋਂ ਜਾਣੀ ਜਾਂਦੀ ਸੀ। ਦੁਨੀਆ ਦੇ ਸਭ ਤੋਂ ਵੱਡੇ ਕਾਰਬਨ ਪ੍ਰਦੂਸ਼ਕਾਂ ਅਮਰੀਕਾ ਤੇ ਚੀਨ ਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਹੋਰ ਦੇਸ਼ਾਂ ਦੇ ਨਾਲ ਸਹਿਯੋਗ ਕਰਨ ਤੇ ਸਹਿਮਤੀ ਜਤਾਈ। ਦੋਵਾਂ ਦੇਸ਼ਾਂ ਦਰਮਿਆਨ ਅਜਿਹੇ ਸਮੇਂ 'ਚ ਇਹ ਸਹਿਮਤੀ ਬਣੀ ਜਦ ਕੁਝ ਹੀ ਦਿਨਾਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਜਲਵਾਯੂ ਤਬਦੀਲੀ ਤੇ ਚਰਚਾ ਲਈ ਦੁਨੀਆ ਦੇ ਨੇਤਾਵਾਂ ਨਾਲ ਡਿਜੀਟਲ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਗੇ। ਬਾਈਡਨ ਨੇ 22 ਤੇ 23 ਅਪ੍ਰੈਲ ਨੂੰ ਆਯੋਜਿਤ ਹੋਣ ਵਾਲੇ ਸਿਖਰ ਸੰਮੇਲਨ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਦੁਨੀਆ ਦੇ 40 ਨੇਤਾਵਾਂ ਨੂੰ ਸੱਦਾ ਦਿੱਤਾ ਹੈ। ਇੱਕ ਸੰਯੁਕਤ ਬਿਆਨ 'ਚ ਦੱਸਿਆ ਗਿਆ ਹੈ ਕਿ ਜਲਵਾਯੂ ਤਬਦੀਲੀ ਸੰਬੰਧੀ ਮਾਮਲਿਆਂ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਜਾਨ ਕੈਰੀ ਤੇ ਉਹਨਾਂ ਦੇ ਚੀਨੀ ਹਮੀਹੁਦਾ ਸ਼ੇ ਜਿਨਹੁਆ ਪਿਛਲੇ ਹਫ਼ਤੇ ਸ਼ੰਘਾਈ 'ਚ 2 ਦਿਨਾਂ ਗੱਲਬਾਤ ਦੌਰਾਨ ਸਹਿਮਤੀ ਤੇ ਪਹੁੰਚੇ। ਬਿਆਨ 'ਚ ਕਿਹਾ ਗਿਆ ਹੈ ਕਿ ਅਮਰੀਕਾ ਤੇ ਚੀਨ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਇੱਕ ਦੂਜੇ ਤੇ ਹੋਰ ਦੇਸ਼ਾਂ ਦੇ ਨਾਲ ਸਹਿਯੋਗ ਕਰਨ ਲਈ ਪ੍ਰਤੀਬੱਧ ਹਨ। ਗਲੋਬਲ ਪੱਧਰ ਤੇ ਜਾਰੀ ਕਰੋਨਾ ਦੇ ਕਹਿਰ ਵਿੱਚ ਇਜ਼ਰਾਈਲ ਅਤੇ ਆਸਟ੍ਰੇਲੀਆ ਤੋਂ ਚੰਗੀ ਖਬਰ ਆਈ ਹੈ। ਇਜ਼ਰਾਈਲ ਨੇ ਖੁੱਲੇ ਖੇਤਰਾਂ ਵਿੱਚ ਮਾਸਕ ਪਾਉਣ ਦੀ ਲੋੜ ਨੂੰ ਖਤਮ ਕਰ ਦਿੱਤਾ। ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਘੋਸ਼ਣਾ ਕੀਤੀ ਹੈ ਕਿ ਉਹਨਾਂ ਦਾ ਦੇਸ਼ ਲਗਭਗ ਕਰੋਨਾ ਮੁਕਤ ਹੋ ਗਿਆ ਹੈ। ਇਜ਼ਰਾਈਲ ਵਿੱਚ ਸਾਰੇ ਸਕੂਲ, ਕਾਲਜ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਗਏ ਨੇ। ਇੱਥੇ ਵਿਆਪਕ ਪੱਧਰ ਤੇ ਵੈਕਸੀਨ ਮੁਹਿੰਮ ਚਲਾਉਣ ਦੇ ਬਾਅਦ ਰਾਹਤ ਮਿਲੀ ਹੈ। ਇਜ਼ਰਾਈਲ ਨੇ ਇਹ ਵੀ ਕਿਹਾ ਕਿ ਉਹ ਮਈ ਤੋਂ ਸੈਲਾਨੀਆਂ ਲਈ ਦੇਸ਼ ਨੂੰ ਖੋਲ੍ਹ ਦੇਵੇਗਾ। ਇੰਡੋਰ ਜਨਤਕ ਸਥਾਨਾਂ ਤੇ ਮਾਸਕ ਲਗਾਉਣਾ ਪਵੇਗਾ। ਇੱਥੇ ਹੁਣ ਸਿਰਫ 200 ਕਰੋਨਾ ਪੀੜਤ ਰਹਿ ਗਏ ਹਨ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਐਤਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਲਗਭਗ ਕਰੋਨਾ ਮੁਕਤ ਹੋ ਗਿਆ ਹੈ। ਇਸ ਦੇ ਬਾਵਜੂਦ ਅਸੀਂ ਆਪਣੇ ਬਾਰਡਰਾਂ ਨੂੰ ਖੋਲ੍ਹਣ ਵਿੱਚ ਜਲਦਬਾਜ਼ੀ ਨਹੀਂ ਕਰਾਂਗੇ। ਪਾਕਿਸਤਾਨੀ ਸਰਕਾਰ ਲਗਭਗ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਬੰਦ ਪਏ ਕਰਤਾਰਪੁਰ ਲਾਂਘੇ ਦੀ ਦੇਖ-ਰੇਖ, ਮੁਰੰਮਤ ਅਤੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਤੋਂ ਟੈਕਸ ਵਸੂਲੀ ਦਾ ਕੰਮ ਠੇਕੇ ਤੇ ਦੇਣ ਜਾ ਰਹੀ ਹੈ। ਇਸ ਸੰਬੰਧੀ 20 ਅਪ੍ਰੈਲ ਨੂੰ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਵੱਲੋਂ ਕੀਤੀ ਜਾਣ ਵਾਲੀ ਉੱਚ ਪੱਧਰੀ ਮੀਟਿੰਗ 'ਚ ਲਿਆ ਜਾਵੇਗਾ, ਜਿਸ 'ਚ ਨਿਰਧਾਰਤ 13 ਏਜੰਡਿਆਂ 'ਚੋਂ ਕਰਤਾਰਪੁਰ ਲਾਂਘਾ ਇੱਕ ਏਜੰਡਾ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਤੇ ਕਰਤਾਰਪੁਰ ਲਾਂਘੇ ਨੂੰ ਭਾਰਤ ਤੋਂ
ਆਉਣ ਵਾਲੀ ਸਿੱਖ ਸੰਗਤ ਲਈ ਬਿਨਾਂ ਪਾਸਪੋਰਟ ਦੇ ਖੋਲਣ ਦਾ ਫੈਸਲਾ ਲਿਆ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਵੰਬਰ 2019 ਚ ਇਸ ਲਾਂਘੇ ਦਾ ਉਦਘਾਟਨ ਕੀਤਾ ਸੀ, ਜਦਕਿ ਭਾਰਤ ਸਰਕਾਰ ਨੇ ਵੀ ਇਮਰਾਨ ਖਾਨ ਦੇ ਉਦਘਾਟਨ ਦੇ ਇੱਕ ਦਿਨ ਬਾਅਦ ਲਾਂਘੇ ਦਾ ਉਦਘਾਟਨ ਕੀਤਾ। ਪਾਕਿਸਤਾਨ ਸਰਕਾਰ ਨੇ ਵਿਸ਼ਵ ਬੈਂਕ ਤੋਂ ਪਾਕਿਸਤਾਨ ਚ ਸੈਰ ਸਪਾਟੇ ਨੂੰ ਵਿਕਸਿਤ ਕਰਨ ਲਈ 100 ਕਰੋੜ 68 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਕਰਤਾਰਪੁਰ ਲਾਂਘੇ ਦਾ ਨਿਰਮਾਣ ਵੀ ਸ਼ਾਮਲ ਸੀ ਅਤੇ ਹੁਣ ਤੱਕ ਇਸ ਲਾਂਘੇ ਤੇ ਪਾਕਿਸਤਾਨ ਸਰਕਾਰ ਨੇ 16 ਕਰੋੜ 54 ਲੱਖ ਰੁਪਏ ਖਰਚ ਕੀਤਾ ਹੈ। ਇਹ ਲਾਂਘਾ ਪਾਕਿਸਤਾਨ ਨੇ ਆਪਣੀ ਆਮਦਨ ਬਣਾਉਣ ਲਈ ਬਣਾਇਆ ਸੀ, ਪਰ ਕੋਰੋਨਾ ਕਾਰਨ ਲਾਂਘਾ ਬੰਦ ਹੋਣ ਕਰਕੇ ਪਾਕਿਸਤਾਨ ਸਰਕਾਰ ਦੀ ਲਾਂਘੇ ਤੋਂ ਹੋਣ ਵਾਲੀ ਆਮਦਨ ਬੰਦ ਹੋ ਗਈ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਹਾਂਗਕਾਂਗ ਨੇ 3 ਮਈ ਤੱਕ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਤੇ ਰੋਕ ਲਾ ਦਿੱਤੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਹਾਂਗਕਾਂਗ ਨੇ ਇੰਨੀ ਹੀ ਮਿਆਦ ਲਈ ਪਾਕਿਸਤਾਨ ਅਤੇ ਫਿਲੀਪੀਨਜ਼ ਦੇ ਨਾਲ ਵੀ ਹਵਾਈ ਆਵਾਜਾਈ ਰੱਦ ਕਰ ਦਿੱਤੀ ਹੈ। ਹਾਂਗਕਾਂਗ ਸਰਕਾਰ ਨੇ ਇਹ ਫੈਸਲਾ ਉਦੋਂ ਕੀਤਾ ਜਦੋਂ ਵਿਸਤਾਰਾ 에ਅਰਲਾਈਨਸ ਦੀਆਂ 2 ਫਲਾਈਟਾਂ ਤੋਂ ਹਾਂਗਕਾਂਗ ਪਹੁੰਚੇ 50 ਯਾਤਰੀ ਜਾਂਚ ਵਿੱਚ ਕੋਰੋਨਾ ਪੋਜ਼ਿਟਿਵ ਪਾਏ ਗਏ। ਹਾਂਗਕਾਂਗ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਮੁਤਾਬਕ ਇੱਥੇ ਜਾਣ ਤੋਂ ਵੱਧ 72 ਘੰਟੇ ਪਹਿਲਾਂ ਸਾਰੇ ਯਾਤਰੀਆਂ ਲਈ RT-PCR ਜਾਂਚ ਕਰਵਾ ਕੇ ਕੋਵਿਡ-19 ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ। ਇਸ ਤੋਂ ਪਹਿਲਾਂ ਐਤਵਾਰ ਨੂੰ ਹੀ ਹਾਂਗਕਾਂਗ ਸਰਕਾਰ ਨੇ ਮੁੰਬਈ ਤੋਂ ਹਾਂਗਕਾਂਗ ਵਿਚਾਲੇ ਸੰਚਾਲਿਤ ਵਿਸਤਾਰਾ 에ਅਰਲਾਈਨਸ ਦੀਆਂ ਸਾਰੀਆਂ ਉਡਾਣਾਂ 2 ਮਈ ਤੱਕ ਮੁਲਤਵੀ ਕਰਨ ਦੀ ਘੋਸ਼ਣਾ ਕੀਤੀ ਸੀ। ਇਹ ਫੈਸਲਾ ਵਿਸਤਾਰਾ ਦੀ ਮੁੰਬਈ ਹਾਂਗਕਾਂਗ ਉਡਾਣ ਤੋਂ ਪਹੁੰਚੇ 3 ਲੋਕਾਂ ਦੇ ਐਤਵਾਰ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਜਾਣ ਦੇ ਬਾਅਦ ਲਿਆ ਗਿਆ। ਇੱਥੇ ਦੱਸ ਦਈਏ ਕਿ ਅਮਰੀਕਾ ਦੇ ਬਾਅਦ ਭਾਰਤ ਦੁਨੀਆ ਵਿੱਚ ਦੂਜਾ ਸਭ ਤੋਂ ਵੱਧ ਕੋਰੋਨਾ ਪੀੜਤ ਦੇਸ਼ ਹੈ। ਸੋਮਵਾਰ ਤੋਂ ਸ਼ੁਰੂ ਹੋ ਰਹੇ ਹਫ਼ਤੇ ਦੌਰਾਨ ਚਰਚਿਤ ਜਾਰਜ ਫਲਾਇਡ ਹੱਤਿਆ ਮਾਮਲੇ ਦਾ ਫੈਸਲਾ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਮਿਨੀਪੋਲਿਸ ਤੇ ਹੋਰ ਅਮਰੀਕੀ ਸ਼ਹਿਰਾਂ 'ਚ ਸੁਰੱਖਿਆ ਵਧਾ ਦਿੱਤੀ ਗਈ। ਮਾਮਲੇ ਦੇ ਮੁੱਖ ਦੋਸ਼ੀ ਡੈਰੇਕ ਸ਼ਾਵਨ ਵਿਰੁੱਧ ਤੇ ਹੱਕ 'ਚ ਗਵਾਹੀਆਂ ਭੁਗਤ ਚੁੱਕੀਆਂ ਹਨ। ਸੋਮਵਾਰ ਨੂੰ ਅੰਤਿਮ ਬਹਿਸ ਹੋਵੇਗੀ। ਇਸ ਉਪਰੰਤ ਅਦਾਲਤ ਆਪਣਾ ਫੈਸਲਾ ਸੁਣਾ ਸਕਦੀ ਹੈ। ਮਿਨੀਪੋਲਿਸ ਵਿੱਚ ਪਿਛਲੇ ਹਫ਼ਤੇ ਇੱਕ 20 ਸਾਲ ਦੇ ਸਹਿਫਾਮ ਵਿਅਕਤੀ ਡੌਂਟ ਰਾਈਟ ਦੀ ਪੁਲਿਸ ਗੋਲੀ ਨਾਲ ਹੋਈ ਮੌਤ ਤੋਂ ਬਾਅਦ ਹੋ ਰਹੇ ਪ੍ਰਦਰਸ਼ਨਾਂ ਨੇ ਪੁਲਿਸ ਦੀ ਚਿੰਤਾ ਵਧਾ ਦਿੱਤੀ। ਮਿਨੀਪੋਲਿਸ ਦੇ ਬਰੁਕਲਿਨ ਸੈਂਟਰ ਪੁਲਿਸ ਹੈੱਡਕੁਆਰਟਰ ਵਿਖੇ ਸੁਰੱਖਿਆ ਵਧਾਈ ਗਈ ਹੈ। ਪੁਲਿਸ ਦੇ ਬੁਲਾਰੇ ਜੌਹਨ ਐਲਡਰ ਅਨੁਸਾਰ ਡਾਊਨਟਾਊਨ ਮਿਨੀਪੋਲਿਸ, ਜਿੱਥੇ ਚਾਰਜ ਫਲਾਈਡ ਮਾਮਲੇ ਦੀ ਸੁਣਵਾਈ ਹੋ ਰਹੀ ਹੈ, ਵਿਖੇ ਪੁਲਿਸ ਬਿਲਡਿੰਗ ਦੇ ਆਲੇ ਦੁਆਲੇ ਰੇਜ਼ਰ ਤਾਰ ਲਾ ਦਿੱਤੀ ਗਈ ਹੈ ਤੇ ਹੋਰ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਡਾਊਨਟਾਊਨ ਖੇਤਰ ਵਿੱਚ ਨੈਸ਼ਨਲ ਗਾਰਡ ਤਾਇਨਾਤ ਕੀਤੇ ਗਏ ਹਨ। ਮੇਅਰ ਜੈਕਬ ਫਰੇ ਨੇ ਕਿਹਾ ਹੈ ਕਿ 2000 ਨੈਸ਼ਨਲ ਗਾਰਡ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।